जे भुल्ली जे चुकी साईं, भी तहन जी कांडिया, जिना ने दू जाने लगा, झूर मरो से वांडिया। होना छोड़ो कंत पासरा, सदा रंगीला लाल प्यारा, एह महंजा आसरा। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ। ਅੱਜ ਤੀਜੀ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਪਾਵਨ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸ ਭਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਇੱਕ ਏਮ ਦਿੱਤਾ ਹੈ ਸਚਿਆਰ ਹੋਣ ਦਾ। ਕਿਮ ਸਚਿਆਰਾ ਹੋਈਐ, ਕਿਮ ਕੁੜੈ ਟੁੱਟੈ ਪਾਲ। ਤੇ ਇਹਦਾ ਇੱਕੋ ਇੱਕ ਸਾਧਨ ਹੈ ਸਚਿਆਰ ਹੋਣ ਦਾ, ਉਹ ਹੈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਇਹ ਨਾਨਕ ਜਦੋਂ ਤੋਂ ਇਸ ਜਗਤ ਬਣਿਆ ਉਦੋਂ ਤੋਂ ਹੀ ਇੱਕ ਰੀਤ ਨਾਲ ਲਿਖੀ ਆ ਰਹੀ ਹੈ, ਉਹ ਹੈ ਹੁਕਮੀ ਦੇ ਹੁਕਮ ਦੇ ਵਿੱਚ ਆ ਜਾਣਾ। ਜਿਹੜਾ ਉਸ ਮਾਲਕ ਦੇ ਨਿਯਮਾਂ ਦੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰਦਾ ਹੈ ਉਹ ਸਚਿਆਰ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਅੱਜ ਸਾਡੇ ਜੀਵਨ ਤੇ ਮਹਿਰਾਮਤ ਕਰ ਰਹੇ ਹਨ। ਗਾਵੈ ਕੋ ਤਾਣ, ਹੋਵੈ ਕਿਸੈ ਤਾਣ। ਕੋ ਮੈਨੇ ਕੋਈ, ਗਾਵੈ ਮੈਨੇ ਗਾਉਂਦਾ ਹੈ। ਗਾਵੈ ਕੋ ਤਾਣ, ਤਾਣ ਮੈਨੇ ਤਾਕਤ, ਬਲ। ਹੋਵੈ ਕਿਸੈ ਤਾਣ, ਜੇ ਕਿਸੇ ਮਨੁੱਖ ਕੋਲ ਤਾਕਤ ਹੈ ਤੇ ਉਹ ਤਾਕਤ ਨੂੰ ਦੇਖ ਕੇ ਹੀ ਰੱਬ ਦੀ ਸਿਫਤ ਗਾਈ ਜਾਂਦਾ ਹੈ। ਉਸ ਤਾਕਤ ਦਾ ਹੀ ਅੰਦਾਜ਼ਾ ਨਹੀਂ ਉਹਦੇ ਤੋਂ ਲੱਗਦਾ। ਹੇ ਪ੍ਰਭੂ, ਤੇਰੀ ਕਿੰਨੀ ਤਾਕਤ ਫੈਲੀ ਹੋਈ ਹੈ, ਤੇਰਾ ਕਿੰਨਾ ਬਲ ਫੈਲਿਆ। ਰੱਬ ਦੇ ਬਲ ਨੂੰ ਗਾ ਰਿਹਾ ਹੈ। ਉਹ ਰੱਬ ਦਾ ਬਲ ਪੂਰੀ ਸ੍ਰਿਸ਼ਟੀ ਵਿੱਚ ਫੈਲਿਆ ਹੋਇਆ ਹੈ। ਉਹਦੀ ਤਾਕਤ ਇੰਨੀ ਹੈ ਕਿ ਹਵਾ ਚੱਲਦੀ ਹੈ, ਜੇ ਹਵਾ ਆਪਣੀ ਤਾਕਤ ਦੇ ਵਿੱਚ ਆ ਜਾਏ ਉਹ ਵੱਡੇ ਵੱਡੇ ਰੁੱਖਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਦਿੰਦੀ ਹੈ। ਕਈ ਬਿਲਡਿੰਗਾਂ ਨੂੰ ਢਾਹ ਦਿੰਦੀ ਹੈ, ਘਰਾਂ ਤੱਕ ਨੂੰ ਉਡਾ ਦਿੰਦੀ, ਪਿੰਡਾਂ ਦੇ ਪਿੰਡ ਤਬਾਹ ਕਰ ਦਿੰਦੀ ਹੈ। ਉਹਦੇ ਪਾਣੀ 'ਚ ਇੰਨੀ ਤਾਕਤ ਹੈ, ਪਾਣੀ ਹੜ੍ਹ ਬਣ ਜਾਏ ਤੇ ਪਿੰਡਾਂ ਦੇ ਪਿੰਡ ਰੋੜ ਦਿੰਦਾ ਹੈ। ਸਮੁੰਦਰ 'ਚ ਜਰਾ ਕੁਝ ਨਹੀਂ ਸੁਨਾਮੀ ਆ ਜਾਏ, ਕੁਝ ਮਿੰਟਾਂ ਦੀ ਕਈ ਸ਼ਹਿਰ ਬਰਬਾਦ ਹੋ ਜਾਂਦੇ ਨੇ। ਉਹਦੀ ਇੰਨੀ ਤਾਕਤ ਹੈ। ਉਸ ਪ੍ਰਭੂ ਦੀ ਤਾਕਤ ਇੰਨੀ ਫੈਲੀ ਹੋਈ ਹੈ, ਧਰਤੀ ਜਰਾ ਕੁਝ ਨਹੀਂ ਹਿਲ ਜਾਏ ਭੁਚਾਲ ਆ ਜਾਂਦੇ ਨੇ, ਕਈ ਸ਼ਹਿਰ ਤਬਾਹ ਹੋ ਜਾਂਦੇ ਨੇ, ਕਈ ਜ਼ਿੰਦਗੀਆਂ ਖਤਮ ਹੋ ਜਾਂਦੀਆਂ ਨੇ। ਉਹਦੀ ਹਰ ਸ਼ੈ ਵਿੱਚ ਤਾਕਤ ਹੈ। ਉਹਦਾ ਸੂਰਜ ਅੱਗ ਲਾ ਕੇ ਸਾੜ ਸਕਦਾ ਹੈ। ਉਹਦੀ ਸਰਦ ਰੁੱਤ ਠਾਰ ਕੇ ਜਮਾ ਸਕਦੀ ਹੈ। ਮਨੁੱਖ ਦੁਨਿਆਵੀ ਚੀਜ਼ਾਂ ਦੀ ਤਾਕਤ ਮਿਲਣਾ ਚਾਹੇ ਤੇ ਮਿਲ ਸਕਦਾ ਹੈ। ਭਾਵ ਮਨੁੱਖ ਦੀ ਕਿੰਨੀ ਤਾਕਤ ਹੈ ਉਹਦੇ ਲਈ ਮਸ਼ੀਨ ਬਣੀ ਹੋਈ ਹੈ। ਕਿਸੇ ਪਸ਼ੂ ਦੀ ਕਿੰਨੀ ਤਾਕਤ ਹੈ, ਮਸ਼ੀਨ ਬਣੀ ਹੈ। ਕਿਸੇ ਮਸ਼ੀਨ ਦੀ ਤਾਕਤ ਨਾਪਣੀ ਹੈ ਤੇ ਅੱਗੋਂ ਹੋਰ ਮੀਟਰ ਬਣੇ ਹੋਏ ਨੇ। ਪਰ ਕੁਦਰਤ ਦੇ ਕਿਸੇ ਤੱਤ ਦੀ ਤਾਕਤ ਨੂੰ ਨਾਪਿਆ ਨਹੀਂ ਜਾ ਸਕਦਾ। ਕੋਈ ਗਾ ਰਿਹਾ ਹੈ, ਪ੍ਰਭੂ ਤੇਰੀ ਤਾਕਤ ਅਨੰਤ ਹੈ, ਚਾਰੋਂ ਤਰਫ ਊਰਜਾ ਫੈਲੀ ਹੋਈ ਹੈ, ਤੇਰੇ ਕੁਦਰਤੀ ਤੱਤਾਂ ਦੀ ਇੰਨੀ ਤਾਕਤ ਹੈ, ਇੰਨਾ ਬਲ ਹੈ, ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਗਾਵੈ ਕੋ ਦਾਤ ਜਾਣੈ ਨਿਸ਼ਾਨ। ਤੇ ਕੋਈ ਆਪਣੇ ਵੱਖਰੇ ਨਜ਼ਰੀਏ ਤੋਂ ਰੱਬ ਦੀ ਸਿਫਤ ਗਾ ਰਿਹਾ ਹੈ। ਉਹਦੀਆਂ ਦਾਤਾਂ ਨੂੰ ਉਸ ਰੱਬ ਦੀ ਨਿਸ਼ਾਨੀ ਸਮਝ ਕੇ ਗਾ ਰਿਹਾ ਹੈ। ਮਾਲਕਾ ਤੇਰੀਆਂ ਦਾਤਾਂ ਅਨੰਤ ਨੇ। ਇਹ ਸਰੀਰ ਦਿੱਤਾ ਤੇਰੀ ਕੀਮਤੀ ਦਾਤ ਹੈ। ਸਰੀਰ ਦੇ ਵਿੱਚ ਜੀਵਨ ਦਿੱਤਾ, ਸੋਚ ਦਿੱਤੀ, ਦਿਮਾਗ ਦਿੱਤਾ। ਸਰੀਰ ਨੂੰ ਚਲਾਉਣ ਵਾਸਤੇ ਤੂੰ ਹਵਾ ਇੰਨੀ ਬੇਅੰਤ ਪੈਦਾ ਕਰ ਦਿੱਤੀ ਜਿਹੜੀ ਮੁਫਤ ਵਿੱਚ ਮਿਲ ਰਹੀ ਹੈ। ਕੋਈ ਮਨੁੱਖ ਇਹ ਨਹੀਂ ਕਰ ਸਕਦਾ ਮੈਂ ਸਾਰੀ ਹਵਾ ਖਰੀਦ ਲਵਾਂ ਤੇ ਅੱਗੋਂ ਵੇਚਿਆ ਕਰਾਂ। ਨਹੀਂ, ਤੇਰੀ ਹਵਾ ਨੂੰ ਕੋਈ ਖਰੀਦ ਨਹੀਂ ਸਕਦਾ, ਤੂੰ ਸਭ ਨੂੰ ਦਿੱਤੀ ਹੈ। ਪਾਣੀ ਤੂੰ ਫਰੀ ਦਿੱਤਾ ਹੈ, ਕਿੱਡੀ ਵੱਡੀ ਤੇਰੀ ਦਾਤ ਹੈ। ਲੋਕ ਪਾਣੀ ਘਰ ਤੱਕ ਪਹੁੰਚਾਉਣ ਦੀ ਕੀਮਤ ਲੈ ਲੈਂਦੇ ਨੇ, ਟਰਾਂਸਪੋਰਟ ਖਰਚਾ ਲੈ ਲੈਂਦੇ ਨੇ, ਪਰ ਪਾਣੀ ਦੀ ਕੀਮਤ ਥੋੜ੍ਹੀ ਹੈ। ਤੇਰੀਆਂ ਕਿੰਨੀਆਂ ਦਾਤਾਂ ਨੇ। ਰਹਿਣ ਲਈ ਸਾਨੂੰ ਧਰਤੀ ਦਿੱਤੀ ਹੈ, ਪ੍ਰਕਾਸ਼ ਤਾਪ ਦੇ ਲਈ ਸਾਨੂੰ ਸੂਰਜ ਦਿੱਤਾ ਹੈ, ਭੋਜਨ ਦੇ ਲਈ ਸਾਨੂੰ ਕਿੰਨੇ ਹੀ ਪੇੜ ਪੌਦੇ ਬਨਸਪਤੀ ਦਿੱਤੀ ਹੈ। ਕਿੰਨਾ ਕੁਛ ਤੇ ਤੂੰ ਦਿੱਤਾ ਹੋਇਆ ਹੈ। ਕੋਈ ਮਨੁੱਖ ਰੱਬ ਦੀਆਂ ਦਾਤਾਂ ਨੂੰ ਦੇਖ ਕੇ ਉਹਦੇ ਗੁਣਾਂ ਨੂੰ ਗਾ ਰਿਹਾ ਹੈ ਕਿ ਇਹ ਦਾਤਾਂ ਉਸ ਰੱਬ ਦੀ ਨਿਸ਼ਾਨੀ ਹੈ ਜਿਹਨੇ ਇੰਨੀਆਂ ਦਾਤਾਂ ਦਿੱਤੀਆਂ ਹੋਈਆਂ ਹਨ। ਗਾਵੈ ਕੋ ਗੁਣ ਵਡਿਆਈਆਂ ਚਾਰ।
ਤੇ ਕੋਈ ਸਿਫਤ ਗਾ ਰਿਹਾ ਹੈ। ਰੱਬ ਦੇ ਗੁਣ ਅਨੇਕਾਂ ਨੇ। ਕੋਈ ਰੱਬ ਦੇ ਗੁਣਾਂ ਨੂੰ ਗਾ ਰਿਹਾ ਹੈ, ਉਹਦੀ ਸਿਫਤ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰ ਰਿਹਾ ਹੈ ਕਿ ਉਹਦੀਆਂ ਵਡਿਆਈਆਂ, ਉਹਦੇ ਗੁਣ ਬੜੇ ਸੁੰਦਰ ਨੇ। ਚਾਰ ਦਾ ਅਰਥ ਸੁੰਦਰ। ਇੱਥੇ ਗਿਣਤੀ ਵਾਲਾ ਚਾਰ ਨਹੀਂ। ਗਿਣਤੀ ਵਾਲਾ ਚਾਰ ਜਦੋਂ ਗੁਰਬਾਣੀ 'ਚ ਆਏਗਾ, ਅਰਾਰੇ ਨੂੰ ਸਿਹਾਰੀ ਨਾ ਲਾਏਗਾ। ਜੇ ਚਾਰ ਦੇ ਰਾਰੇ ਨੂੰ ਔਂਕੜ ਆਵੇ ਤੇ ਇੱਕ ਸੁੰਦਰ, ਜੇ ਚਾਰ ਦਾ ਰਾਰਾ ਮੁਕਤਾ ਹੈ ਤੇ ਬਹੁਤੇ ਸੁੰਦਰ। ਇੱਥੇ ਬਹੁਤੇ ਗੁਣ, ਬਹੁਤੀਆਂ ਵਡਿਆਈਆਂ ਦੀ ਗੱਲ ਚੱਲ ਰਹੀ ਹੈ। ਗਾਵੈ ਕੋ, ਕੋਈ ਇਹ ਗਾ ਰਿਹਾ ਹੈ, ਗੁਣ ਵਡਿਆਈਆਂ ਚਾਰ, ਪ੍ਰਭੂ ਦੀਆਂ ਵਡਿਆਈਆਂ, ਪ੍ਰਭੂ ਦੇ ਗੁਣ ਬੜੇ ਸੁੰਦਰ ਹਨ। ਅਨੰਤ ਗੁਣਾਂ ਦਾ ਉਹ ਮਾਲਕ ਹੈ। ਅਨੇਕਾਂ ਗੁਣ ਉਹਨੇ ਸਾਨੂੰ ਜੀਵਨ 'ਚ ਦਿੱਤੇ ਨੇ। ਇਹ ਗੱਲ ਵੱਖਰੀ ਕਿ ਕੁਝ ਲੋਕ ਉਹਨਾਂ ਗੁਣਾਂ ਦੇ ਨਾਲ ਆਪਣੇ ਆਪ ਨੂੰ ਭਰ ਲੈਂਦੇ ਨੇ, ਕੁਝ ਖਾਲੀ ਰਹਿ ਜਾਂਦੇ ਨੇ। ਦਇਆ ਰੱਬ ਦਾ ਗੁਣ ਹੈ, ਸੱਚ ਪ੍ਰਭੂ ਦਾ ਗੁਣ ਹੈ, ਨਿਮਰਤਾ ਪ੍ਰਭੂ ਦਾ ਗੁਣ ਹੈ, ਪ੍ਰੇਮ ਪ੍ਰਭੂ ਦਾ ਗੁਣ ਹੈ। ਉਹ ਤੇ ਗੁਣਾਂ ਦਾ ਭੰਡਾਰ ਹੈ, ਵਡਿਆਈਆਂ ਦਾ ਭੰਡਾਰ ਹੈ। ਪਰ ਸਾਰੇ ਲੋਕ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚੋਂ ਪ੍ਰਗਟ ਨਹੀਂ ਕਰ ਰਹੇ। ਇਸ ਤਰ੍ਹਾਂ ਮਾਨੋ ਜਿਵੇਂ ਕੋਈ ਸਮੁੰਦਰ ਦੇ ਕਿਨਾਰੇ ਜਾਏ ਤੇ ਸਮੁੰਦਰ ਦਾ ਅਥਾਹ ਪਾਣੀ ਦਾ ਸੋਮਾ ਦੇਖ ਕੇ ਉਹ ਆਪਣੇ ਘਰ ਖਾਲੀ ਆ ਜਾਏ। ਦੂਸਰਾ ਆਦਮੀ ਐਸਾ ਹੈ ਜਿਹੜਾ ਗਿਆ ਚਮਚ ਭਰ ਕੇ ਪਾਣੀ ਦਾ ਲੈ ਆਂਦਾ। ਤੀਸਰਾ ਆਦਮੀ ਗਿਆ, ਉਹਨੇ ਗਲਾਸ ਪਾਣੀ ਦਾ ਭਰਿਆ ਕਰ ਲੈ ਆਂਦਾ। ਚੌਥਾ ਆਦਮੀ ਟੱਬ ਲੈ ਕੇ ਗਿਆ, ਉਹ ਪਾਣੀ ਦਾ ਭਰ ਲਿਆ। ਪੰਜਵਾਂ ਆਦਮੀ ਇੱਕ ਟੈਂਕਰ ਹੀ ਲੈ ਗਿਆ, ਪੂਰਾ ਟੈਂਕੀ ਪਾਣੀ ਦਾ ਭਰ ਲਿਆ। ਜਿਹਦੇ ਕੋਲ ਸਮਰੱਥਾ ਹੈ ਉਹਨਾਂ ਕੋਲ ਭਰ ਲੈਂਦਾ ਹੈ। ਜਿਹਦੇ ਕੋਲ ਭਾਂਡਾ ਹੈ ਉਹਨਾਂ ਭਰ ਲੈਂਦਾ ਹੈ। ਪ੍ਰਭੂ ਦੇ ਗੁਣ ਵਡਿਆਈਆਂ ਤੇ ਫੈਲੇ ਹੋਏ ਨੇ, ਅਨੰਤ ਨੇ। ਪਾਤਰਤਾ ਕਿੰਨੀ ਹੈ ਸਾਡੀ, ਸਾਡੇ ਕੋਲ ਭਾਂਡਾ ਕਿੰਨਾ ਕੁ ਹੈ। ਜਿੰਨਾ ਕੁ ਭਾਂਡਾ ਸੀ ਉਹਨਾਂ ਕੋਲ ਭਰ ਲੈਂਦੇ ਹਾਂ। ਸਾਰੇ ਗੁਣ ਰੱਬ ਦੇ, ਉਹਦੀਆਂ ਵਡਿਆਈਆਂ ਅੰਦਰ ਬਾਹਰ ਹਰ ਥਾਂ ਨੇ, ਸਾਡੇ ਅੰਦਰ ਨੇ। ਰੱਬੀ ਗੁਣ ਸਾਡੇ ਅੰਦਰ ਭਰੇ ਹੋਏ ਨੇ। ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਰੱਬ ਨੇ ਜੀ ਮੇਰੇ ਅੰਦਰ ਸੱਚ ਨਹੀਂ ਪਾਇਆ, ਇਸ ਕਰਕੇ ਮੈਂ ਸੱਚ ਬੋਲ ਨਹੀਂ ਸਕਦਾ। ਸੱਚ ਹੈ ਅੰਦਰ ਪਾਇਆ, ਪਰ ਭਾਂਡਾ ਨਹੀਂ, ਉਸ ਸੱਚ ਨੂੰ ਵਰਤਿਆ ਨਹੀਂ, ਉਸ ਸੱਚ ਨੂੰ ਲਿਆ ਨਹੀਂ, ਉਸ ਸੱਚ ਦੇ ਪਾਤਰ ਨਹੀਂ ਬਣੇ। ਸੱਚ ਬੋਲਿਆ ਨਹੀਂ, ਅੰਦਰ ਸੱਚ ਹੈ ਪਰ ਬੋਲਿਆ ਨਹੀਂ। ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਰੱਬ ਨੇ ਮੇਰੇ ਅੰਦਰ ਜੀ ਦਇਆ ਨਹੀਂ ਪਾਈ, ਮੈਂ ਤੇ ਕਿਸੇ ਗਰੀਬ ਵੱਲ ਦੇਖ ਕੇ ਦੁਖੀ ਨਹੀਂ ਹੋ ਸਕਦਾ। ਦਇਆ ਤੇ ਪਾਈ ਹੈ, ਉਸ ਦਇਆ ਨੂੰ ਵਰਤਿਆ ਨਹੀਂ ਹੈ ਬਸ। ਕੋਈ ਇਹ ਨਹੀਂ ਕਹਿ ਸਕਦਾ ਪ੍ਰਭੂ ਨੇ ਮੇਰੇ ਅੰਦਰ ਪ੍ਰੇਮ ਨਹੀਂ ਪਾਇਆ, ਮੈਂ ਤੇ ਜੀ ਕਿਸੇ ਨਾਲ ਪ੍ਰੇਮ ਨਹੀਂ ਕਰ ਸਕਦਾ, ਮੈਂ ਤੇ ਜਦੋਂ ਕਰਾਂਗਾ ਨਫ਼ਰਤ ਹੀ ਕਰਾਂਗਾ। ਇਸ ਤਰ੍ਹਾਂ ਨਹੀਂ ਹੈ। ਪ੍ਰੇਮ ਅੰਦਰ ਪਾਇਆ ਹੈ, ਮੈਂ ਪ੍ਰੇਮ ਕਰ ਸਕਦਾ ਹਾਂ, ਪਰ ਉਸ ਪ੍ਰੇਮ ਦੇ ਗੁਣ ਨੂੰ ਵਰਤ ਨਹੀਂ ਰਿਹਾ ਹਾਂ ਮੈਂ। ਕੋਈ ਇਹ ਨਹੀਂ ਕਹਿ ਸਕਦਾ ਰੱਬ ਨੇ ਮੇਰੇ ਅੰਦਰ ਖੁਸ਼ੀ ਨਹੀਂ ਪਾਈ, ਮੈਂ ਮੁਸਕਰਾ ਨਹੀਂ ਸਕਦਾ। ਮੁਸਕਰਾ ਸਕਦਾ ਹਾਂ ਪਰ ਮੁਸਕਰਾ ਨਹੀਂ ਰਿਹਾ, ਮੱਥੇ ਤੇ ਤੂੜੀਆਂ ਪਾ ਕੇ ਬੈਠਾ, ਹੰਕਾਰ ਵਿੱਚ ਆਕੜਿਆ ਬੈਠਾ ਵਾਂ। ਗੁਣ ਤੇ ਪਾਏ ਨੇ, ਮੈਂ ਪ੍ਰਗਟ ਕਰਕੇ ਵਰਤ ਨਹੀਂ ਰਿਹਾ ਉਹਨਾਂ ਗੁਣਾਂ ਨੂੰ। ਭਗਤ ਕਿਹਨੂੰ ਕਹਿੰਦੇ ਨੇ? ਭਗਤ ਉਹ ਹੈ ਜਿਹੜਾ ਰੱਬੀ ਗੁਣਾਂ ਨੂੰ ਵਰਤਣ ਲੱਗ ਜਾਂਦਾ ਹੈ। ਉਹ ਸੱਚ ਨੂੰ ਵਰਤਦਾ ਹੈ ਜ਼ਿੰਦਗੀ 'ਚ, ਉਹ ਜ਼ਿੰਦਗੀ 'ਚ ਪ੍ਰੇਮ ਨੂੰ ਵਰਤਦਾ ਹੈ, ਦਇਆ ਨੂੰ ਵਰਤਦਾ ਹੈ, ਸੰਤੋਖ ਨੂੰ ਵਰਤਦਾ ਹੈ। ਇਸ ਕਰਕੇ ਉਹ ਭਗਤ ਹੈ। ਗੁਣਾਂ ਦਾ ਖਜ਼ਾਨਾ ਤੇ ਹਰ ਇੱਕ ਦੇ ਅੰਦਰ ਹੈ, ਭਗਤ ਵਰਤਦੇ ਨੇ। ਗੁਣ ਨਿਧਾਨ ਭਗਤਨ ਕੋ ਬਰਤਨ, ਬਿਰਲਾ ਪਾਵੇ ਕੋਈ। ਪਰ ਕੋਈ ਵਿਰਲਾ ਇਹਨਾਂ ਗੁਣਾਂ ਨੂੰ ਵਰਤਦਾ ਹੈ। ਜਿਹੜਾ ਵਰਤਦਾ ਉਹ ਭਗਤ ਹਨ। ਪ੍ਰਭੂ ਦੇ ਗੁਣ, ਉਹਦੀਆਂ ਵਡਿਆਈਆਂ ਅਨੰਤ ਨੇ ਸਾਡੇ ਅੰਦਰ। ਕੋਈ ਵਿਰਲਾ ਹੈ ਜਿਹੜਾ ਉਹਦੇ ਗੁਣਾਂ ਤੇ ਸੁੰਦਰ ਵਡਿਆਈਆਂ ਨਾਲ ਸਾਂਝ ਪਾ ਕੇ ਰੱਬ ਦੀ ਸਿਫਤ ਗਾ ਰਿਹਾ ਹੈ। ਗਾਵੈ ਕੋ ਗੁਣ ਵਡਿਆਈਆਂ ਚਾਰ, ਪ੍ਰਭੂ ਦੇ ਗੁਣ ਵਡਿਆਈਆਂ ਬੜੀਆਂ ਸੁੰਦਰ ਨੇ, ਅਥਾਹ ਨੇ, ਅਨੰਤ ਸੰਭਾਵਨਾ ਹੈ। ਤੁਹਾਡੇ ਕੋਲ ਭਾਂਡਾ ਹੋਣਾ ਚਾਹੀਦਾ ਉਹਨਾਂ ਨੂੰ ਵਰਤਣ ਦਾ। ਉਹਦੇ ਗੁਣਾਂ 'ਚ ਕਮੀ ਕੋਈ ਨਹੀਂ ਹੈ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਕੋਈ ਗਾ ਰਿਹਾ ਹੈ ਪ੍ਰਭੂ ਦੀ ਵਿਦਿਆ ਵਿਖਮ ਹੈ, ਜਾਂ ਪ੍ਰਭੂ ਨੇ ਸੰਸਾਰ ਵਿੱਚ ਵਿਖਮ, ਔਖੀ ਕਠਿਨ ਵਿਦਿਆ ਫੈਲਾਈ ਹੋਈ ਹੈ। ਉਹਦੀਆਂ ਵਿਚਾਰਾਂ ਬੜੀਆਂ ਫੈਲੀਆਂ ਹੋਈਆਂ ਨੇ। ਕੋਈ ਇਸ ਕਰਕੇ ਗਾ ਰਿਹਾ ਕਿ ਪ੍ਰਭੂ ਦੇ ਇਸ ਸੰਸਾਰ ਦੇ ਵਿੱਚ ਅਨੇਕਾਂ ਤਰ੍ਹਾਂ ਦੀ ਵਿਦਿਆ, ਅਨੇਕਾਂ ਤਰ੍ਹਾਂ ਦਾ ਗਿਆਨ ਕਿਸੇ ਨੇ ਹਾਸਲ ਕਰਨਾ ਤੇ ਅੰਤ ਹੀ ਨਹੀਂ ਹੈ, ਅਨੰਤ ਗਿਆਨ ਹੈ। ਸਿਰਫ ਪੰਜਾਬੀ ਨੂੰ ਲੈ ਕੇ ਚੱਲ ਪਓ, ਪੰਜਾਬੀ ਬੋਲੀ, ਪੰਜਾਬੀ ਲਿਪੀ ਦਾ ਹੀ ਗਿਆਨ ਅੰਤ ਨਹੀਂ ਅਸੀਂ ਪਾ ਸਕਦੇ। ਇੰਗਲਿਸ਼ ਲੈ ਲਓ, ਹਿੰਦੀ ਉਰਦੂ ਲੈ ਲਓ, ਪਸ਼ਤੋ ਲੈ ਲਓ, ਫਾਰਸੀ ਲੈ ਲਓ, ਕਿਹੜੀ ਭਾਸ਼ਾ ਦਾ ਅੰਤ ਪਾਵਾਂਗੇ? ਕੋਈ ਹਿਸਟਰੀ ਲੈ ਲਵੇ, ਹਿਸਟਰੀ ਦਾ ਕਿੰਨਾ ਕੁ ਅੰਤ ਪੈ ਜਾਏਗਾ। ਸਾਇੰਸ ਲੈ ਲਓ, ਸਾਇੰਸ ਦਾ ਕਿੰਨਾ ਫੈਲਾਅ ਹੈ, ਸਾਇੰਸ ਦਾ ਅੰਤ ਕਿਵੇਂ ਪਏਗਾ? ਕਿਤੇ ਕੈਮਿਸਟਰੀ ਹੈ, ਕਿਤੇ ਬਾਇਓਲੋਜੀ ਹੈ, ਕਿਤੇ ਫਿਜ਼ਿਕਸ ਹੈ, ਕਿਤੇ ਆਰਗੈਨਿਕ ਕੈਮਿਸਟਰੀ ਹੈ, ਕਿਤੇ ਇਨਆਰਗੈਨਿਕ ਕੈਮਿਸਟਰੀ ਹੈ। ਕਿੰਨਾ ਪਸਾਰਾ ਹੈ। ਕਿਤੇ ਕੰਪਿਊਟਰ ਸਾਇੰਸ ਹੈ, ਕੰਪਿਊਟਰ ਦੇ ਵਿੱਚ ਹੀ ਹਜ਼ਾਰਾਂ ਸਕੋਪ ਨੇ ਅੱਗੋਂ।
ਕਿਤੇ ਸੌਫਟਵੇਅਰ ਹੈ, ਕਿਤੇ ਹਾਰਡਵੇਅਰ ਹੈ, ਕਿਤੇ ਵੈਬ ਡਿਜ਼ਾਈਨਿੰਗ ਹੈ, ਕਿਤੇ ਗ੍ਰਾਫਿਕਸ ਹੈ, ਕਿਤੇ 3D ਹੈ, ਕਿਤੇ ਜਾਵਾ ਹੈ, ਕਿਤੇ ਐਨੀਮੇਸ਼ਨਸ ਹੈ। ਅੰਤ ਹੀ ਨਹੀਂ ਹੈ। ਮੈਡੀਕਲ ਲਾਈਨ ਲੈ ਲਓ, ਮੈਡੀਕਲ ਲਾਈਨ ਦੇ ਵਿੱਚ ਇੰਨਾ ਜ਼ਿਆਦਾ ਸਪੈਸ਼ਲਾਈਜੇਸ਼ਨ ਹੋ ਚੁੱਕੀ ਹੈ ਕਿ ਜਿੰਨੇ ਸਰੀਰ ਦੇ ਅੰਗ ਉਨੇ ਹੀ ਡਾਕਟਰ। ਔਰ ਇੱਕ ਮਜ਼ਾਕ ਬਣਿਆ ਕਿ ਆਉਣ ਵਾਲੇ 25 ਸਾਲਾਂ ਵਿੱਚ ਜਦੋਂ ਕੋਈ ਆਦਮੀ ਕਿਸੇ ਡਾਕਟਰ ਨੂੰ ਆਪਣੀ ਅੱਖ ਦਿਖਾਉਣ ਜਾਏਗਾ ਤੇ ਡਾਕਟਰ ਕਹਿ ਦੇਗਾ ਕਿ ਮੈਂ ਸੱਜੀ ਅੱਖ ਦਾ ਡਾਕਟਰ ਹਾਂ, ਤੂੰ ਖੱਬੀ ਅੱਖ ਵਾਲੇ ਡਾਕਟਰ ਕੋਲ ਜਾ। ਇੰਨਾ ਜ਼ਿਆਦਾ ਸਪੈਸ਼ਲਾਈਜੇਸ਼ਨ ਹੋ ਰਿਹਾ ਮੈਡੀਕਲ ਸਾਇੰਸ ਦਾ। ਫਿਲਾਸਫੀ ਹਜ਼ਾਰਾਂ ਸਬਜੈਕਟ ਨੇ, ਇੰਨੀ ਵਿੱਦਿਆ ਫੈਲੀ ਹੋਈ ਹੈ। ਇਹਦਾ ਮਤਲਬ ਸਾਡੇ ਕੋਲ ਅਨੰਤ ਸੰਭਾਵਨਾ ਨੇ। ਗੁਰੂ ਜੀ ਸਾਨੂੰ ਕਿੱਡੀ ਵੱਡੀ ਇੱਕ ਸਕਾਰਾਤਮਕ ਸੋਚ ਦੇ ਰਹੇ ਨੇ, ਕਿੱਡੀ ਵਿਲ ਪਾਵਰ ਦੇ ਰਹੇ ਨੇ। ਕਿਸੇ ਸਬਜੈਕਟ ਵਿੱਚ ਤੁਰਨਾ ਸ਼ੁਰੂ ਕਰਦੇ ਅੰਤ ਨਹੀਂ ਪਾ ਸਕੇਗਾ। ਉਹਦੀ ਵਿੱਦਿਆ ਐਡੀ ਫੈਲੀ ਹੋਈ ਹੈ। ਕੁਛ ਤੇ ਕਰ, ਕੋਈ ਤੇ ਵਿੱਦਿਆ ਆਪਣੀ ਜ਼ਿੰਦਗੀ 'ਚ ਲੈ। ਧਰਮ ਦੀ ਦੁਨੀਆ, ਕਿੰਨੇ ਧਰਮ ਗ੍ਰੰਥ ਨੇ ਇਸ ਦੁਨੀਆ ਤੇ। ਕਿਸੇ ਵੀ ਗ੍ਰੰਥ ਨੂੰ ਵਿਚਾਰਨਾ ਸ਼ੁਰੂ ਕਰ ਦਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਐਡਾ ਮਹਾਨ ਖਜ਼ਾਨਾ ਹੈ। ਇੱਕ ਸ਼ਬਦ ਨੂੰ ਲੈ ਕੇ ਵਿਚਾਰ ਸ਼ੁਰੂ ਕਰ ਦਿਓ, ਉਹਦੀ ਵਿਚਾਰ ਹੀ ਮੁੱਕਣ 'ਚ ਨਹੀਂ ਆਉਂਦੀ। ਗਾਵੇ ਕੋ ਵਿਦਿਆ ਵਿਖਮ ਵਿਚਾਰ। ਕੋਈ ਰੱਬ ਦੀ ਸਿਫਤ ਗਾ ਰਿਹਾ ਹੈ, ਉਹਦੀ ਵਿਦਿਆ ਨੂੰ ਦੇਖ ਰਿਹਾ ਹੈ ਕਿ ਪ੍ਰਭੂ ਤੇਰੇ ਗਿਆਨ ਦਾ ਭੰਡਾਰ ਦੁਨੀਆ 'ਚ ਫੈਲਿਆ ਹੋਇਆ ਹੈ। ਔਰ ਇਹ ਵਿਦਿਆ ਹੀ ਹੈ ਜਿਹਨੇ ਮਨੁੱਖ ਨੂੰ ਪਸ਼ੂ ਜਗਤ ਤੋਂ ਵੱਖ ਕੀਤਾ ਹੋਇਆ ਹੈ। ਪਸ਼ੂ ਦੇ ਕੋਲ ਦੋ ਚੀਜ਼ਾਂ ਨਹੀਂ ਹਨ, ਇੱਕ ਵਿਦਿਆ ਨਹੀਂ ਹੈ, ਦੂਜਾ ਸ਼ਬਦਾਵਲੀ ਨਹੀਂ ਹੈ। ਮਨੁੱਖ ਦੇ ਕੋਲੇ ਦੋ ਚੀਜ਼ਾਂ ਨੇ, ਇੱਕ ਸ਼ਬਦਾਵਲੀ ਹੈ, ਬੋਲ ਕੇ ਆਪਣੇ ਸੁੱਖ ਦੁੱਖ ਦੱਸ ਸਕਦਾ ਹੈ, ਲਿਖ ਕੇ ਤਜਰਬੇ ਰੱਖ ਸਕਦਾ ਹੈ, ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇ ਸਕਦਾ ਹੈ। ਪਸ਼ੂ ਇਹ ਕੰਮ ਨਹੀਂ ਕਰ ਸਕਦੇ। ਤੇ ਦੂਜਾ, ਇਹਦੇ ਕੋਲ ਵਿਦਿਆ ਹੈ, ਗਿਆਨ ਹੈ, ਜਿਹਦੇ ਕਰਕੇ ਇਹ ਪਸ਼ੂਆਂ ਦੀ ਤਰ੍ਹਾਂ ਜ਼ਿੰਦਗੀ ਜਿਉਣੀ ਛੱਡ ਕੇ ਜੰਗਲਾਂ, ਪਹਾੜਾਂ, ਗੁਫਾਵਾਂ, ਕੰਦਰਾਂ 'ਚੋਂ ਬਾਹਰ ਨਿਕਲ ਕੇ ਸੱਭਿਅਤਾ ਵਸਾ ਕੇ ਰਹਿਣ ਲੱਗ ਪਿਆ। ਅੱਜ ਸਮਾਜ ਵਿੱਚ ਰਹਿ ਰਿਹਾ ਹੈ, ਵਸੋਂ ਵਿੱਚ, ਸੱਭਿਅਤਾ ਵਿੱਚ ਰਹਿ ਰਿਹਾ ਹੈ। ਵਿਦਿਆ ਹੈ, ਵਿਦਿਆ ਤੇ ਸ਼ਬਦਾਵਲੀ, ਇਹ ਦੋ ਚੀਜ਼ਾਂ ਇਨਸਾਨ ਨੂੰ ਪਸ਼ੂ ਜਗਤ ਤੋਂ ਉੱਚਾ ਚੁੱਕਦੀਆਂ ਨੇ। ਗਾਵੇ ਕੋ ਸਾਜ ਕਰੇ ਤਨ ਖੇ। ਕੋਈ ਗਾ ਰਿਹਾ ਹੈ ਮਾਲਕ ਨੂੰ, ਵਾਹ ਮਾਲਕਾ ਕਿਹੋ ਜਿਹੀ ਤੇਰੀ ਦੁਨੀਆ ਜਿੱਥੇ ਤੂੰ ਜੀਵਾਂ ਨੂੰ ਸਾਜਦਾ ਮੈਨੇ ਪੈਦਾ ਕਰਦਾ ਹੈ ਤੇ ਪੈਦਾ ਕਰਕੇ ਉਹਨਾਂ ਦੇ ਤਨ ਨੂੰ ਖੇ ਕਰ ਦਿੰਦਾ, ਮੌਤ ਦੇ ਦਿੰਦਾ। ਕੋਈ ਗਾ ਰਿਹਾ ਹੈ ਮਾਲਕਾ ਤੇਰਾ ਸੰਸਾਰ, ਪੇੜ ਪੌਦੇ ਉਗ ਰਹੇ ਨੇ, ਵੱਡੇ ਹੋ ਰਹੇ ਨੇ, ਨਾਸ਼ ਹੋ ਰਹੇ ਨੇ, ਪਸ਼ੂ ਪੰਛੀ ਪੈਦਾ ਹੋ ਰਹੇ ਨੇ, ਵੱਡੇ ਹੋ ਰਹੇ ਨੇ, ਨਾਸ਼ ਹੋ ਰਹੇ ਨੇ, ਬੱਚਾ ਮਨੁੱਖ ਦਾ ਪੈਦਾ ਹੋ ਰਿਹਾ ਹੈ। ਉਸ ਤੋਂ ਬਾਅਦ ਉਹਦੀ ਕਿਸ਼ੋਰ ਅਵਸਥਾ ਹੈ, ਪਹਿਲਾਂ ਬਚਪਨ ਹੈ, ਕਿਸ਼ੋਰ ਅਵਸਥਾ, ਫਿਰ ਜਵਾਨੀ, ਫਿਰ ਅਧਖੜ ਉਮਰ, ਉਸ ਤੋਂ ਬਾਅਦ ਬੁਢਾਪਾ। ਬੁਢਾਪੇ ਦਾ ਬਾਅਦ ਤੁਹਾਨੂੰ ਪਤਾ ਹੀ ਕੀ ਹੁੰਦਾ ਹੈ, ਅੱਗੇ ਫਿਰ ਮੌਤ। ਕਿਹੋ ਜਿਹਾ ਤੇਰਾ ਸੰਸਾਰ ਹੈ ਜਿਹਦੇ ਵਿੱਚ ਨਿਕਾਸ ਵੀ ਹੈ, ਵਿਕਾਸ ਵੀ ਹੈ ਤੇ ਵਿਨਾਸ਼ ਵੀ ਹੈ। ਤਿੰਨੇ ਚੀਜ਼ਾਂ ਨੇ। ਕੋਈ ਰੱਬ ਦੇ ਸੰਸਾਰ ਨੂੰ ਦੇਖ ਕੇ ਉਹਦੀ ਸਿਫਤ ਗਾ ਰਿਹਾ ਹੈ, ਉਹਦੇ ਗੁਣਾਂ ਦੀ ਸਿਫਤ ਕਰ ਰਿਹਾ ਹੈ। ਕਿਹੋ ਜਿਹਾ ਤੇਰਾ ਸੰਸਾਰ ਜਿਹਦੇ ਵਿੱਚ ਤੂੰ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਤਨ ਨੂੰ ਮਿੱਟੀ ਕਰ ਦਿੰਦਾ ਹੈ। ਗਾਵੇ ਕੋ ਸਾਜ ਕਰੇ ਤਨ ਖੇ। ਪਰ ਇਸ ਤੋਂ ਅਗਲੀ ਵੀ ਸੋਚ ਹੈ। ਗੁਰੂ ਜੀ ਕਹਿ ਰਹੇ ਨੇ ਗਾਵੇ ਕੋ ਜੀ ਲੈ ਫਿਰ ਦੇ। ਕਿਸੇ ਨੇ ਇਸ ਤੋਂ ਅੱਗੇ ਵੀ ਸੋਚ ਲਿਆ, ਕਿਸੇ ਦੀ ਸੋਚ ਇਸ ਤੋਂ ਅੱਗੇ ਵੀ ਹੈ। ਕਿਸੇ ਨੇ ਤੇ ਇਹ ਦੇਖਿਆ ਕਿ ਪੌਦਾ ਨਿਕਲਿਆ ਜ਼ਮੀਨ ਦੇ ਵਿੱਚੋਂ, ਉਹਨੂੰ ਪੱਤੇ ਲੱਗੇ, ਕਰੂੰਬਲਾਂ ਫੁੱਟੀਆਂ, ਪੱਤੇ ਲੱਗ ਗਏ, ਪੱਤਾ ਹਰਾ ਕੋਮਲ ਹੈ। ਇੱਕ ਸਮਾਂ ਆਇਆ, ਉਹ ਪੱਤਾ ਪਤਝੜ ਦੇ ਕਾਰਨ ਹਰੇ ਤੋਂ ਪੀਲਾ ਹੋ ਗਿਆ, ਪੀਲੇ ਤੋਂ ਭੂਰਾ ਹੋ ਗਿਆ, ਭੂਰੇ ਤੋਂ ਬਾਅਦ ਕਾਲਾ ਹੋ ਗਿਆ, ਸੁੱਕ ਗਿਆ। ਜਰਾ ਕੁ ਹਵਾ ਦਾ ਬੁੱਲਾ ਆਇਆ, ਉਹ ਡੰਡੀ ਸੁੱਕ ਗਈ ਪੱਤੇ ਦੀ, ਤੇ ਸੁੱਕੀ ਡੰਡੀ ਟੁੱਟ ਗਈ, ਜ਼ਮੀਨ ਤੇ ਆ ਡਿੱਗਿਆ ਤੇ ਮਿੱਟੀ 'ਚ ਮਿਲ ਕੇ ਮਿੱਟੀ ਹੋ ਗਿਆ। ਕਿਸੇ ਨੇ ਇੱਥੋਂ ਤੱਕ ਦੇਖਿਆ। ਇੱਕ ਹੋਰ ਆਦਮੀ ਸੀ, ਉਹਨੇ ਇਸ ਤੋਂ ਅੱਗੇ ਖੋਜ ਕੀਤੀ ਕਿ ਦੇਖੋ ਤੁਸੀਂ ਪੱਤਾ ਜਾਂਦਾ ਕਿੱਥੇ ਹੈ। ਉਹਨੇ ਪੱਤੇ ਤੇ ਨਜ਼ਰ ਰੱਖੀ, ਕੀ ਹੋਇਆ ਕਿ ਮੀਂਹ ਪਿਆ, ਉਹ ਪੱਤਾ ਜਿਹੜਾ ਸੁੱਕ ਗਿਆ ਸੀ ਗਿੱਲਾ ਹੋ ਕੇ ਗਲ ਗਿਆ, ਗਲ ਕੇ ਉਹ ਖਾਦ ਬਣ ਗਿਆ, ਖਾਦ ਬਣ ਕੇ ਉਸੇ ਰੁੱਖ ਦੀਆਂ ਜੜ੍ਹਾਂ 'ਚ ਚਲਾ ਗਿਆ। ਹੁਣ ਹੋ ਸਕਦਾ ਫਿਰ ਉਸ ਰੁੱਖ ਦੇ ਵਿੱਚੋਂ ਟਾਹਣੀ ਬਣ ਕੇ ਨਿਕਲ ਆਏ, ਪੱਤਾ ਬਣ ਕੇ ਨਿਕਲ ਆਏ, ਫੁੱਲ ਬਣ ਕੇ ਨਿਕਲ ਆਏ। ਉਹ ਆਖਦਾ ਹੈ ਪ੍ਰਭੂ ਨੇ ਜੀਵਨ ਲਿਆ, ਵਾਪਸ ਵੀ ਦੇ ਦਿੱਤਾ। ਪੱਤਾ ਮਿੱਟੀ ਹੋ ਗਿਆ। ਕਿਸੇ ਨੇ ਤਾਂ ਇੱਥੇ ਤੱਕ ਦੇਖਿਆ ਕਿ ਪੱਤਾ ਸੁੱਕ ਕੇ ਮਿੱਟੀ ਹੋ ਗਿਆ। ਕਿਸੇ ਨੇ ਇਸ ਤੋਂ ਅੱਗੇ ਖੋਜ ਕੀਤੀ, ਉਹ ਪੱਤਾ ਜਿਹੜਾ ਹੈ ਖਾਦ ਬਣ ਕੇ ਉਸੇ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਖੁਰਾਕ ਬਣ ਗਿਆ। ਉਹੀ ਖੁਰਾਕ ਅੱਗੋਂ ਕਿਸੇ ਪੱਤੇ, ਕਿਸੇ ਫੁੱਲ, ਕਿਸੇ ਫਲ ਦੇ ਰੂਪ 'ਚ ਨਿਕਲ ਰਹੀ ਹੈ। ਗਾਵੇ ਕੋ ਜੀ ਲੈ ਫਿਰ ਦੇ। ਕੋਈ ਇਸ ਤਰ੍ਹਾਂ ਰੱਬ ਦੀ ਸਿਫਤ ਗਾ ਰਿਹਾ ਹੈ, ਮਾਲਕਾ ਜੀਵਨ ਲਿਆ ਤੇ ਸਹੀ, ਪਰ ਵਾਪਸ ਦੇ ਦਿੱਤਾ। ਇੱਥੇ ਤੇ ਮੌਤ ਹੈ ਹੀ ਨਹੀਂ ਹੈ, ਇੱਥੇ ਤੇ ਸਾਰਾ ਜਗਤ ਪਰਿਵਰਤਨਸ਼ੀਲ ਹੈ।
ਸਾਨੂੰ ਕਿਸੇ ਨੇ ਕਹਿ ਦਿੱਤਾ ਸੰਸਾਰ ਨਸ਼ਵਰ ਹੈ, ਅਸੀਂ ਚੁੱਪ ਕਰਕੇ ਮੰਨ ਲਿਆ। ਸੰਸਾਰ ਨਸ਼ਵਰ ਨਹੀਂ ਹੈ, ਕੋਈ ਚੀਜ਼ ਨਾਸ਼ਵਾਨ ਨਹੀਂ ਹੈ। ਤੁਹਾਨੂੰ ਇੱਕ ਰੇਤ ਦਾ ਕਣ ਦੇ ਦਿੱਤਾ ਜਾਏ ਕਿ ਇੱਕ ਰੇਤ ਦੇ ਕਣ ਨੂੰ ਨਾਸ਼ ਕਰਨਾ, ਕਿਵੇਂ ਕਰੋਗੇ? ਬਰੀਕ ਬਰੀਕ ਕੁੱਟ ਕੇ ਹਜ਼ਾਰਾਂ ਟੁਕੜੇ ਕਰ ਦਿਓਗੇ, ਰੇਤ ਦਾ ਕਣ ਨਾਸ਼ ਨਹੀਂ ਹੋਏਗਾ। ਬੰਬ ਨਾਲ ਉਡਾ ਦਿਓਗੇ, ਅਰਬਾਂ ਖਰਬਾਂ ਟੁਕੜੇ ਹੋ ਜਾਣਗੇ, ਪਰ ਨਾਸ਼ ਨਹੀਂ ਹੋਏਗਾ, ਰੂਪ ਬਦਲ ਜਾਏਗਾ। ਪਰਿਵਰਤਨਸ਼ੀਲ ਹੈ ਸੰਸਾਰ, ਮੌਤ ਤੇ ਹੈ ਹੀ ਨਹੀਂ। ਕਿਸੇ ਨੇ ਇਹ ਦੇਖਿਆ, ਗਾਵੇ ਕੋ ਸਾਜ ਕਰੇ ਤਨ ਖੇ, ਪ੍ਰਭੂ ਜੀਵਾਂ ਨੂੰ ਪੈਦਾ ਕਰਕੇ ਉਹਨਾਂ ਦੇ ਤਨ ਨੂੰ ਮਿੱਟੀ ਕਰ ਦਿੰਦਾ ਹੈ। ਤੇ ਕਿਸੇ ਨੇ ਹੋਰ ਅੱਗੇ ਦੀ ਖੋਜ ਕੀਤੀ, ਉਹ ਅੱਗੇ ਹੋਰ ਜਾ ਕੇ ਸੋਚਦਾ, ਨਹੀਂ ਨਹੀਂ, ਉਹ ਜੀਵਨ ਦੇ ਲੈ ਕੇ ਵਾਪਸ ਵੀ ਦੇ ਦਿੰਦਾ ਹੈ। ਗਾਵੇ ਕੋ ਜੀ ਲੈ ਫਿਰ ਦੇ, ਉਹ ਜਿੰਦ ਲੈ ਕੇ ਵਾਪਸ ਵੀ ਦੇ ਰਿਹਾ ਹੈ। ਸਾਡੀ ਸੋਚ ਇੱਥੋਂ ਤੱਕ ਹੈ, ਜਨਮ, ਨਿਕਾਸ, ਵਿਕਾਸ ਤੇ ਵਿਨਾਸ਼, ਜਨਮ, ਜੀਵਨ ਤੇ ਮੌਤ। ਪਰ ਗੁਰੂ ਜੀ ਦੀ ਸੋਚ ਸਾਡੇ ਤੋਂ ਵੀ ਅੱਗੇ ਹੈ। ਉਹ ਆਖਦੇ ਨਹੀਂ, ਮੌਤ ਤੋਂ ਬਾਅਦ ਫਿਰ ਜੀਵਨ। ਅਸੀਂ ਤੇ ਇਹ ਦੇਖਿਆ ਕਿ ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, ਕਿ ਪੌਣ ਪਾਣੀ ਅਗਨੀ ਆ ਪੰਜ ਤੱਤ ਮਿਲ ਕੇ ਜੀਵਨ ਬਣ ਗਿਆ। ਤੇ ਜਦੋਂ ਪੰਜ ਤੱਤ ਅਲੱਗ ਹੋਏ ਤੇ ਮੌਤ। ਗੁਰੂ ਜੀ ਇਸ ਤੋਂ ਅੱਗੇ ਦੀ ਗੱਲ ਕਰ ਰਹੇ ਨੇ, ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਨ ਟੇਕ। ਕੌਣ ਮੁਵਾਰੇ ਕੌਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਕੌਣ ਮਰਿਆ? ਕੋਈ ਵੀ ਨਹੀਂ ਮਰਿਆ। ਹਵਾ ਦਾ ਤੱਤ ਹਵਾ 'ਚ ਮਿਲ ਗਿਆ, ਪਾਣੀ ਦਾ ਤੱਤ ਪਾਣੀ 'ਚ ਮਿਲ ਗਿਆ, ਅੱਗ ਦਾ ਤੱਤ ਅੱਗ 'ਚ ਮਿਲ ਗਿਆ, ਉਹਦੇ ਵਿੱਚੋਂ ਨਵਾਂ ਜੀਵਨ ਸ਼ੁਰੂ ਹੋ ਗਿਆ। ਮੈਂ ਸਾਹ ਲਿਆ, ਹਵਾ ਤੱਤ ਮੈਨੂੰ ਜੀਵਨ ਦੇ ਰਿਹਾ ਹੈ। ਜਦੋਂ ਮੈਂ ਸਾਹ ਬਾਹਰ ਕੱਢਿਆ ਤੇ ਉਸ ਹਵਾ ਦੇ ਵਿੱਚੋਂ ਦੂਜੇ ਨੇ ਸਾਹ ਲੈ ਲਿਆ, ਹੁਣ ਹਵਾ ਉਹਦਾ ਜੀਵਨ ਬਣ ਗਈ। ਮਰਿਆ ਕੌਣ? ਮੰਨ ਲਓ ਕਿਸੇ ਦੀ ਮੌਤ ਹੋਈ, ਜਦੋਂ ਮੌਤ ਹੋਈ, ਜਿਹਨੂੰ ਅਸੀਂ ਮੌਤ ਕਹਿੰਦੇ ਹਾਂ, ਹਵਾ ਦਾ ਤੱਤ ਹਵਾ 'ਚ ਮਿਲ ਗਿਆ। ਹੁਣ ਉਸ ਹਵਾ ਵਿੱਚੋਂ ਦੂਜੇ ਨੇ ਸਾਹ ਲੈਣਾ ਸ਼ੁਰੂ ਕਰ ਦਿੱਤਾ, ਹੁਣ ਹਵਾ ਦਾ ਤੱਤ ਉਹਦੇ ਵਿੱਚ ਜੀਵਨ ਦੇ ਰਿਹਾ। ਕੌਣ ਮਰਿਆ ਹੈ? ਸਿਰਫ ਪਰਿਵਰਤਨਸ਼ੀਲ ਹੈ ਜੀਵਨ। ਜਦੋਂ ਇਸ ਸਰੀਰ ਨੂੰ ਚਿਖਾ ਤੇ ਪਾ ਕੇ ਸਾੜਿਆ, ਸਰੀਰ ਦੀ ਅੱਗ ਚਿਖਾ ਦੀ ਅੱਗ ਵਿੱਚ ਇੱਕਮਿਕ ਹੋ ਗਈ। ਜਦੋਂ ਸਰੀਰ ਸੜਿਆ, ਸਰੀਰ ਦਾ ਮਾਂਸ ਆਦਿਕ ਇਹ ਮਿੱਟੀ ਬਣ ਗਿਆ, ਮਿੱਟੀ 'ਚ ਮਿਲ ਗਿਆ। ਉਸ ਮਿੱਟੀ ਦੇ ਵਿੱਚੋਂ ਕੋਈ ਫਲ, ਫਰੂਟ, ਸਬਜ਼ੀ, ਬਨਸਪਤੀ ਉੱਗ ਸਕਦੀ ਹੈ। ਸਾਡੇ ਸਰੀਰ ਵਿੱਚ 70-75% ਜਿਹੜਾ ਪਾਣੀ ਸੀ, ਉਹ ਭਾਫ ਬਣ ਕੇ ਹਵਾ 'ਚ ਉੱਡ ਗਿਆ, ਬੱਦਲਾਂ ਵਿੱਚ ਜਾ ਮਿਲਿਆ। ਹੁਣ ਜਦੋਂ ਕਦੇ ਉਹ ਬੱਦਲ ਠੰਡੇ ਹੋਣਗੇ, ਵਰਖਾ ਹੋਏਗੀ, ਉਹੀ ਸਾਡੇ ਸਰੀਰ ਦਾ ਪਾਣੀ ਜਦੋਂ ਵਰਖਾ ਬਣ ਕੇ ਵਸੇਗਾ, ਕਿਸੇ ਘਾਹ ਦੇ ਤਰੇਲ ਦੀ ਬੂੰਦ ਬਣ ਜਾਏਗਾ, ਕਿਸੇ ਰੁੱਖ ਦੀਆਂ ਜੜ੍ਹਾਂ 'ਚ ਚਲਾ ਜਾਏਗਾ। ਹੋ ਸਕਦਾ ਪੱਤਾ ਬਣ ਕੇ ਨਿਕਲ ਆਏ, ਫੁੱਲ ਬਣ ਕੇ ਨਿਕਲ ਆਏ, ਫਲ ਬਣ ਕੇ ਨਿਕਲ ਆਏ, ਜਾਂ ਸੁਗੰਧੀ ਬਣ ਕੇ ਫੈਲ ਜਾਏ। ਹੋ ਸਕਦਾ ਉਸ ਪਾਣੀ ਦੀ ਬੂੰਦ ਨੂੰ ਕੋਈ ਪਸ਼ੂ ਪੀ ਲਵੇ, ਉਹਦਾ ਖੂਨ, ਉਹਦਾ ਮਾਂਸ, ਉਹਦੀ ਹੱਡੀ, ਉਹਦਾ ਮੱਝਾ ਬਣ ਜਾਏ। ਕੋਈ ਇਨਸਾਨ ਪੀ ਲੇ ਉਸ ਪਾਣੀ ਨੂੰ, ਉਹਦਾ ਜੀਵਨ ਬਣ ਜਾਏ। ਮਰਿਆ ਕੌਣ? ਗੁਰੂ ਜੀ ਇਸ ਤੋਂ ਅਗਲੀ ਗੱਲ ਦੇਖ ਰਹੇ ਨੇ। ਨਹਿ ਕੋ ਮੂਆ ਨਹਿ ਮਰਨੈ ਜੋਗ, ਨਹਿ ਬਿਨਸੈ ਅਬਨਾਸੀ ਹੋਗ, ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੈ ਜਾਇਆ। ਇੱਥੇ ਕੋਈ ਜੰਮਦਾ ਮਰਦਾ ਨਹੀਂ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਕੋਈ ਜੰਮਦਾ ਮਰਦਾ ਨਹੀਂ ਹੈ। ਸੰਸਾਰ ਪਰਿਵਰਤਨਸ਼ੀਲ ਹੈ। ਬਸ ਹਰ ਚੀਜ਼ ਪਰਿਵਰਤ ਹੋ ਰਹੀ ਦੂਸਰੇ ਰੂਪ ਦੇ ਵਿੱਚ। ਉਹ ਅਬਨਾਸ਼ੀ ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ, ਗੁਰੂ ਪੂਰੈ ਹੋਂ ਮੈਂ ਮਲ ਤੋਈ, ਕਹੋ ਨਾਨਕ ਮੇਰੀ ਪਰਮਗਤ ਹੋਈ। ਇਹੀ ਬਚਨ ਅੱਜ ਸਤਿਗੁਰੂ ਜੀ ਦੇ, ਗਾਵੇ ਕੋ ਜੀ ਲੈ ਫਿਰ ਦੇ। ਕੋਈ ਇਸ ਤਰ੍ਹਾਂ ਗਾ ਰਿਹਾ, ਪ੍ਰਭੂ ਤੂੰ ਜਿੰਦ ਲੈ ਕੇ ਵਾਪਸ ਵੀ ਦੇ ਦਿੰਦਾ ਹੈ। ਤੇਰੇ ਸੰਸਾਰ ਵਿੱਚ ਪੰਜ ਤੱਤ ਇਕੱਠੇ ਹੁੰਦੇ ਨੇ, ਜੀਵਨ ਬਣ ਜਾਂਦਾ ਹੈ। ਪੰਜ ਤੱਤ ਅਲੱਗ ਹੁੰਦੇ ਨੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਮੌਤ। ਉਹ ਪੰਜ ਤੱਤ ਕਿਸੇ ਹੋਰ ਦਾ ਜੀਵਨ ਬਣ ਜਾਂਦੇ ਨੇ। ਕੌਣ ਮਰ ਰਿਹਾ, ਕੌਣ ਜੀ ਰਿਹਾ? ਪੰਜ ਤੱਤਾਂ ਦੀ ਖੇਡ ਚੱਲ ਰਹੀ ਹੈ। ਪੰਜ ਤੱਤ 'ਚ ਮਿਲ ਰਹਿੰਦੇ ਨੇ। ਊਰਜਾ 'ਚ ਸਮਾ ਜਾਂਦੀ ਹੈ। ਗਾਵੇ ਕੋ ਜਾਪੈ ਦਿਸੈ ਦੂਰ। ਕੋਈ ਇਸ ਤਰ੍ਹਾਂ ਗਾ ਰਿਹਾ ਹੈ, ਪ੍ਰਭੂ ਤੂੰ ਬਹੁਤ ਦੂਰ ਹੈ। ਕੁਝ ਐਸੇ ਵੀ ਲੋਕ ਨੇ ਜਿਹੜੇ ਆਖਦੇ ਨੇ ਰੱਬ ਸਵਰਗ ਵਿੱਚ ਹੈ, ਬਹਿਸ਼ਤ ਵਿੱਚ ਹੈ, ਆਸਮਾਨ ਵਿੱਚ ਵੱਖਰਾ ਕਿਤੇ ਦਰਬਾਰ ਹੈ, ਉੱਥੇ ਬੈਠਾ ਹੈ ਬੈਕੁੰਠ ਧਾਮ ਦੇ ਵਿੱਚ, ਜੰਨਤ ਵਿੱਚ ਬੈਠਾ ਹੋਇਆ ਹੈ। ਕੋਈ ਇਸ ਤਰ੍ਹਾਂ ਗਾ ਰਿਹਾ ਕਿ ਰੱਬ ਤੇ ਬਹੁਤ ਦੂਰ ਹੈ ਸਾਡੇ ਤੋਂ। ਗਾਵੇ ਕੋ ਵੇਖੈ ਹਾਜ਼ਰਾ ਹਦੂਰ। ਪਰ ਕੋਈ ਗਾ ਰਿਹਾ ਹੈ ਪ੍ਰਭੂ ਤੇ ਹਾਜ਼ਰ ਨਾਜ਼ਰ ਹੈ, ਹਰ ਥਾਂ ਤੇ ਹੈ। ਜਿੱਧਰ ਵੀ ਦੇਖਦਾ ਉਹੀ ਤੇ ਹੈ। ਦੋਏ ਦੋਏ ਲੋਚਨ ਪੇਖਾਂ, ਹੋ ਹਰ ਬਿਨ ਔਰ ਨਾ ਦੇਖਾਂ। ਮੇਰੀਆਂ ਦੋਨੋਂ ਅੱਖਾਂ ਰੱਬ ਨੂੰ ਹੀ ਦੇਖ ਰਹੀਆਂ ਨੇ, ਉਹਦੇ ਤੋਂ ਬਿਨਾਂ ਕੌਣ ਹੈ? ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ,
ਮੰਦਾ ਕਿਸ ਨੂੰ ਆਖੀਏ, ਜਾਂ ਤਿਸ ਬਿਨ ਕੋਈ ਨਾ ਹੈ। ਉਹਦੇ ਤੋਂ ਬਿਨਾਂ ਕੌਣ? ਉਹੀ ਤੇ ਸਾਰੇ ਸੰਸਾਰ ਵਿੱਚ ਰਵਿਆ ਹੋਇਆ ਹੈ। ਮੇਰੇ ਹਾਜ਼ਰ ਨਾਜ਼ਰ ਅੰਗ ਸੰਗ ਹੈ, ਮੇਰੇ ਅੰਦਰ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਉਹ ਤੇ ਨਾਲ ਹੀ ਹੈ, ਹਾਜ਼ਰ ਨਾਜ਼ਰ ਹੀ ਹੈ। ਬਾਬੇ ਫਰੀਦ ਨੂੰ ਲੋਕ ਪੁੱਛਦੇ ਨੇ, ਰੱਬ ਨੇੜੇ ਕਿ ਕਸੁੰਨ ਨੇੜੇ? ਤੇ ਭਗਤ ਫਰੀਦ ਜੀ ਆਖਦੇ ਨੇ, ਮਾਰਨ ਵਾਲੇ ਨੂੰ ਬਚਾਉਣ ਵਾਲਾ ਜ਼ਿਆਦਾ ਨੇੜੇ, ਹੱਥ ਨੇੜੇ। ਸਰੀਰ ਦਾ ਸਭ ਤੋਂ ਨੇੜੇ ਦਾ ਅੰਗ ਹੱਥ ਮੰਨਿਆ ਗਿਆ, ਪਰ ਭਗਤ ਉਦਾਸ ਆਖਦੇ ਨੇ ਕਿ ਪ੍ਰਭੂ ਤੇਰੇ ਹੱਥ ਨਾਲੋਂ ਵੀ ਨੇੜੇ ਹੈ। ਪੈਰ ਤੇ ਸੱਟ ਲੱਗ ਜਾਏ, ਅੱਖਾਂ ਜੇ ਬਾਅਦ 'ਚ ਦੇਖਦੀਆਂ ਨੇ, ਹੱਥ ਪਹਿਲਾਂ ਪਹੁੰਚ ਜਾਂਦਾ ਹੈ। ਇੰਨਾ ਨੇੜੇ ਮੰਨਿਆ ਗਿਆ ਹੱਥ। ਪਰ ਭਗਤ ਰਵਿਦਾਸ ਆਖਦੇ ਨੇ ਉਹ ਹੱਥ ਨਾਲੋਂ ਵੀ ਨੇੜੇ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਪੁਗਵੈ ਸੋਈ। ਕਹਿ ਰਵਿਦਾਸ, ਹਾਥ ਪੈ ਨੇੜੈ ਸਹਿਜੇ ਹੋਏ ਸੋਈ। ਉਹ ਤੇ ਅੰਦਰ ਹੀ ਹੈ, ਸਮਾਇਆ ਹੋਇਆ ਹੈ। ਈਬੈ ਬਿਠਲ ਊਬੈ ਬਿਠਲ, ਬਿਠਲ ਬਿਨ ਸੰਸਾਰ ਨਹੀਂ। ਥਾਨ ਥਨੰਤਰ ਨਾਮਾ ਪ੍ਰਣਵੈ, ਪੂਰੇ ਹੋ ਤੂੰ ਸਰਮ ਨਹੀਂ। ਹਰ ਥਾਂ ਤੇ ਹਾਜ਼ਰ। ਕੋਈ ਰੱਬ ਦੀ ਸਿਫਤ ਗਾ ਰਿਹਾ ਹੈ, ਗਾਵੈ ਕੋ ਵੇਖੈ ਹਾਜ਼ਰਾ ਹਦੂਰ। ਉਹ ਤੇ ਹਾਜ਼ਰ ਨਾਜ਼ਰ ਹੈ। ਕਥਨਾ ਕਥੀ ਨਾ ਆਵੈ ਤੋਟ। ਹੁਣ ਕਿੰਨਾ ਕਥਨ ਕਰੋਗੇ ਰੱਬ ਦਾ? ਉਹਦੀ ਤਾਕਤ ਦਾ ਕੋਈ ਅੰਤ ਪਾਏਗਾ? ਕੋਈ ਉਹਦੀਆਂ ਦਾਤਾਂ ਦਾ ਅੰਤ ਪਾਉਣ ਦਾ ਯਤਨ ਕਰੇਗਾ? ਜਾਂ ਕੋਈ ਪ੍ਰਭੂ ਦੇ ਸੰਸਾਰ ਦਾ ਅੰਤ ਪਾਉਣ ਦਾ ਯਤਨ ਕਰੇਗਾ? ਕਿੰਨੀ ਕੁ ਦੁਨੀਆ, ਕਿੰਨੀ ਫੈਲੀ ਹੋਈ, ਕਿੰਨੀ ਨਾਸ਼ ਹੋ ਰਹੀ ਹੈ, ਕਿੰਨੀ ਪ੍ਰਵਿਰਤ ਹੋ ਰਹੀ ਹੈ। ਕੋਈ ਅੰਤ ਪਾਏਗਾ? ਪ੍ਰਭੂ ਦੂਰ ਵੀ ਹੈ, ਨੇੜੇ ਵੀ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ। ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੂੰ। ਕਿੰਨਾ ਕੁ ਅੰਤ ਪਾਏਗਾ? ਕਿੰਨੇ ਕੁ ਉਹਦੇ ਗੁਣਾਂ ਦਾ ਲੇਖਾ ਜੋਖਾ ਕਰੇਗਾ? ਕਿੰਨੇ ਕੁ ਉਹਦੇ ਗੁਣਾਂ ਦੀਆਂ ਵਡਿਆਈਆਂ ਦੀਆਂ ਵਿਚਾਰਾਂ ਕਰੇਗਾ? ਕਿੰਨੀਆਂ ਕੁ ਬਿੰਦੀਆਂ ਲਾਉਂਗੇ? ਸਾਡੇ ਡਿਜਿਟ ਖਤਮ ਹੋ ਜਾਣਗੇ, ਸਾਡੀ ਗਿਣਤੀ ਮੁੱਕ ਜਾਏਗੀ, ਪਰ ਉਹਨੇ ਥੋੜ੍ਹੇ ਮੁੱਕਣਾ। ਉਹਦੇ ਗੁਣਾਂ ਦਾ ਅੰਤ ਨਹੀਂ ਹੈ। ਕਥਨਾ ਕਥੀ ਨਾ ਆਵੈ ਤੋਟ। ਜਿੰਨਾ ਮਰਜ਼ੀ ਕਥਨ ਕਰੀ ਜਾਓ, ਰੱਬ ਦੇ ਗੁਣ ਬੇਅੰਤ ਨੇ। ਤੇ ਨਾਲ ਨਾਲ ਸਾਨੂੰ ਇੱਕ ਸੋਚ ਦੇ ਰਹੇ ਨੇ ਗੁਰੂ ਜੀ ਕਿ ਰੱਬ ਦੇ ਜੇ ਗੁਣ ਬੇਅੰਤ ਨੇ, ਇਹਦਾ ਮਤਲਬ ਅਨੰਤ ਸੰਭਾਵਨਾ ਨੇ ਉਹਨਾਂ ਗੁਣਾਂ ਨੂੰ ਧਾਰਨ ਕਰਨ ਦੀਆਂ। ਕੋਈ ਵੀ ਮਨੁੱਖ ਕਿਸੇ ਵੀ ਗੁਣ ਨੂੰ ਧਾਰਨ ਕਰ ਸਕਦਾ ਹੈ। ਚਾਰੋਂ ਤਰਫ ਗੁਣ ਹੀ ਗੁਣ ਫੈਲੇ ਹੋਏ ਨੇ। ਕਿੰਨੀ ਸੰਭਾਵਨਾ ਹੈ ਉਹਨਾਂ ਗੁਣਾਂ ਨੂੰ ਜ਼ਿੰਦਗੀ 'ਚ ਧਾਰਨ ਕਰਨ ਦੀ, ਜਿਹਦਾ ਅੰਤ ਨਹੀਂ ਪੈ ਸਕਦਾ। ਕਥ ਕਥ ਕਥੀ ਕੋਟੀ ਕੋਟ ਕੋਟ। ਕਥ ਕਥ ਕਥੀ, ਕਥਨ ਕਰ ਕਰਕੇ, ਕਥ ਕਥ ਕੇ। ਕੋਟੀ ਮੈਨੇ ਕਰੋੜਾਂ, ਕੋਟ ਕੋਟ ਕਰੋੜਾਂ ਕਰੋੜਾਂ ਨੇ, ਕਰੋੜਾਂ ਵਾਰ ਕਥਿਆ, ਪਰ ਕਥ ਕਥ ਕੇ ਅੰਤ ਨਹੀਂ ਪਾ ਸਕੇ। ਉਹਦਾ ਅੰਤ ਪਏਗਾ ਨਹੀਂ। ਕੋਈ ਨਾ ਕਥੇ ਉਹਨੇ ਤਾਂ ਵੀ ਛੋਟਾ ਨਹੀਂ ਹੋ ਜਾਣਾ, ਕੋਈ ਕਥੀ ਜਾਏ ਉਹਨੇ ਵੱਡਾ ਨਹੀਂ ਹੋ ਜਾਣਾ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ, ਘਾਟ ਨਾ ਜਾਏ, ਸਾਰੇ ਸਿਫਤ ਕਰਨ ਲੱਗ ਜਾਣ, ਸਾਡੀ ਸਿਫਤ ਨਾਲ ਉਹਨੇ ਵੱਡਾ ਨਹੀਂ ਹੋ ਜਾਣਾ। ਅਸੀਂ ਸਿਫਤ ਨਾ ਕਰੀਏ, ਉਹਨੇ ਛੋਟਾ ਨਹੀਂ ਪੈ ਜਾਣਾ। ਉਹ ਤੇ ਇੱਕ ਰਸ ਸੰਪੂਰਨ ਹੈ। ਹਾਂ, ਇੱਕ ਕੰਮ ਹੋ ਸਕਦਾ ਹੈ ਕਿ ਜਿਵੇਂ ਜਿਵੇਂ ਕੋਈ ਉਹਦੀ ਸਿਫਤ ਕਰਕੇ ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਦਾ ਹੈ, ਉਹਦਾ ਰੂਪ ਜ਼ਰੂਰ ਹੋ ਜਾਂਦਾ ਹੈ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਉਹਦੀਆਂ ਸਿਫਤਾਂ ਦਾ ਅੰਤ ਨਹੀਂ ਹੈ। ਦੇਂਦਾ ਦੇ, ਲੈਂਦੇ ਥੱਕ ਪਾਹੇ। ਉਹ ਪ੍ਰਭੂ ਦਾਤਾਂ ਦੇ ਹੀ ਜਾਂਦਾ ਹੈ। ਲੈਣ ਵਾਲੇ ਥੱਕ ਜਾਂਦੇ ਨੇ। ਲੈਣ ਵਾਲੇ ਕਿਵੇਂ ਥੱਕ ਜਾਂਦੇ ਨੇ? ਅਸੀਂ ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ ਕਿੰਨੇ ਭੋਜਨ ਕੀਤੇ, ਕਿੰਨੇ ਨਰਮ ਪਦਾਰਥ ਖਾਧੇ। ਸਾਡੇ ਪੱਥਰ ਵਰਗੇ ਕਠੋਰ ਦੰਦ ਘਸ ਗਏ, ਪਰ ਸਾਡੇ ਟੇਬਲ ਦੇ ਉੱਪਰ ਭੋਜਨ ਅਜੇ ਵੀ ਨਹੀਂ ਮੁੱਕਿਆ, ਸਗੋਂ ਅੱਗੇ ਨਾਲੋਂ ਵਧੀਆ ਹੀ ਹੋਏਗਾ। ਅਸੀਂ ਥੱਕ ਗਏ ਖਾਂਦਿਆਂ ਖਾਂਦਿਆਂ, ਭੋਜਨ ਨਹੀਂ ਮੁੱਕਿਆ। ਬਚਪਨ ਤੋਂ ਜਵਾਨੀ ਤੋਂ ਬੁਢਾਪੇ ਤੱਕ ਆਉਂਦਿਆਂ ਆਉਂਦਿਆਂ ਕਿੰਨੇ ਬਸਤਰ ਪਹਿਨੇ, ਸਰੀਰ ਦੀਆਂ ਹੱਡੀਆਂ ਸਖਤ ਹੋ ਗਈਆਂ, ਅੰਗ ਮੁੜ ਗਏ, ਪਰ ਕੱਪੜ ਅਜੇ ਵੀ ਭਰੇ ਪਏ ਨੇ ਕੱਪੜਿਆਂ ਦੇ ਨਾਲ। ਕੱਪੜਿਆਂ ਦੇ ਵਿੱਚ ਕਮੀ ਨਹੀਂ ਆਈ, ਅੱਗੇ ਨਾਲੋਂ ਜ਼ਿਆਦਾ ਹੀ ਕੱਪੜੇ ਹੋਣਗੇ। ਅਸੀਂ ਥੱਕ ਗਏ ਹਾਂ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਮੈਨੇ ਕੱਸ ਗਿਆ, ਦੰਦ ਕੱਸ ਗਏ ਖਾ ਖਾ ਕੇ। ਖਾਂਦਿਆਂ ਖਾਂਦਿਆਂ ਮੂੰਹ ਇਕੱਠਾ, ਪਨੰਦਿਆਂ ਸਭ ਅੰਗ। ਤ੍ਰਿਗ ਤਿਨਾਂ ਦਾ ਜੀਵਿਆ, ਜਿਹਨੂੰ ਸੱਚ ਨਾ ਲੱਗੋ ਰੰਗ। ਜਿਹੜਾ ਅਜੇ ਵੀ ਜਿਹਦਾ ਪ੍ਰਭੂ ਨਾਲ ਪਿਆਰ ਨਹੀਂ ਪਿਆ, ਉਹਦਾ ਜੀਵਨ ਤਰਕਾਰ ਹੈ। ਲੈਣ ਵਾਲੇ ਲੋਕ ਥੱਕ ਜਾਂਦੇ ਨੇ, ਦੇਣ ਵਾਲੀਆਂ ਦਾਤਾਂ ਦੀ ਅਜੇ ਵੀ ਕਮੀ ਨਹੀਂ। ਲੱਖਾਂ ਸਾਲਾਂ ਤੋਂ ਜੀਵ ਖਾਂਦੇ ਹੀ ਆ ਰਹੇ ਨੇ, ਉਹਦੀ ਧਰਤੀ 'ਚੋਂ ਅੱਜ ਵੀ ਭੋਜਨ ਨਹੀਂ ਮੁੱਕਿਆ। ਅੱਜ ਵੀ ਫਲ ਫਰੂਟ ਸਬਜ਼ੀਆਂ ਨਿਕਲ ਰਹੀਆਂ ਨੇ। ਸੋਨਾ ਚਾਂਦੀ ਅਬਲ ਇਹਨਾਂ ਖਾਣਾਂ ਦੇ ਵਿੱਚੋਂ ਨਿਕਲ ਹੀ ਰਿਹਾ। ਇੰਨੀਆਂ ਦਾਤਾਂ ਨਿਕਲ ਰਹੀਆਂ ਨੇ। ਜੁਗਾਂ ਜੁਗੰਤਰ ਖਾਹੀ ਖਾਹੇ। ਅਨੇਕਾਂ ਜੁਗਾਂ ਜੁਗਾਂਤਰਾਂ ਤੋਂ ਲੋਕ ਇਹ ਭੋਜਨ ਕਰਦੇ ਹੀ ਆ ਰਹੇ ਹਨ। ਲੋਕ ਦਾਤਾਂ ਜ਼ਮੀਨ 'ਚੋਂ, ਧਰਤੀ 'ਚੋਂ ਕੱਢ ਕੇ ਵਰਤ ਰਹੇ ਨੇ। ਹਵਾ ਨੂੰ, ਸੂਰਜ ਨੂੰ ਵਰਤ ਹੀ ਰਹੇ ਹਨ। ਹੁਕਮ ਚਲਾਏ ਰਾਹ।
ਹੁਕਮੀ ਜਿਹੜਾ ਉਹ ਹੁਕਮ ਦਾ ਮਾਲਕ ਪ੍ਰਭੂ ਆਪਣੇ ਹੁਕਮ ਵਿੱਚ ਭਾਵ ਆਪਣੇ ਨਿਯਮਾਂ ਦੇ ਵਿੱਚ ਸੰਸਾਰ ਦਾ ਰਾਹ ਚਲਾ ਰਿਹਾ ਹੈ। ਇੱਥੇ ਰਾਹ ਇੱਕ ਵਚਨ ਪੁਲਿੰਗ ਹੋਣ ਕਰਕੇ ਹਾਹੀ ਨੂੰ ਔਂਕੜ ਨਾਲ ਆਇਆ ਹੈ। ਜਿਵੇਂ ਨਿਰਵੈਰ ਰਾਰੀ ਨੂੰ ਔਂਕੜ ਮੈਨੇ ਇੱਕ ਨਿਰਵੈਰ, ਕਰਤਾ ਪੁਰਖ ਖੱਖੀ ਨੂੰ ਔਂਕੜ ਮੈਨੇ ਇੱਕ ਪੁਰਖ, ਇੱਦਾਂ ਰਾਹ ਦੇ ਹਾਹੀ ਨੂੰ ਔਂਕੜ ਇੱਕ ਰਾਹ, ਬੇਪਰਵਾਹ ਦੇ ਹਾਹੀ ਨੂੰ ਔਂਕੜ ਮੈਨੇ ਇੱਕ ਬੇਪਰਵਾਹ। ਔਂਕੜ ਦਾ ਮਤਲਬ ਇੱਕ ਵਚਨ ਪੁਲਿੰਗ। ਜਿੱਥੇ ਕਿਰਿਆ ਦੇ ਹਾਹੀ ਨੂੰ ਔਂਕੜ ਆਉਂਦੀ ਹੈ ਉੱਥੇ ਔਂਕੜ ਬੋਲੀ ਜਾਂਦੀ ਹੈ। ਆਪੇ ਬੀਜ ਆਪੇ ਖਾਓ, ਨਾਨਕ ਹੁਕਮੀ ਆਵੋ ਜਾਓ, ਉੱਥੇ ਕਿਰਿਆਵਾਂ ਨੇ। ਇੱਥੇ ਇੱਕ ਵਚਨ ਪੁਲਿੰਗ ਦੇ ਦਰਸਾਉਣ ਵਾਸਤੇ ਗੁਰਬਾਣੀ 'ਚ ਆਖਰੀ ਅੱਖਰ ਨੂੰ ਔਂਕੜ ਆਉਂਦੀ ਹੈ ਜੋ ਅਰਥਾਂ ਵਾਸਤੇ ਹੈ, ਉਚਾਰਨ ਲਈ ਨਹੀਂ। ਹੁਕਮੀ ਹੁਕਮ ਚਲਾਏ ਰਾਹ, ਉਹ ਨਿਯਮ ਦਾ ਮਾਲਕ ਜਿਹੜਾ ਪ੍ਰਭੂ ਹੈ ਆਪਣੇ ਨਿਯਮਾਂ ਦੇ ਵਿੱਚ ਸੰਸਾਰ ਦੀ ਰਾਹ ਚਲਾ ਰਿਹਾ ਹੈ, ਸੰਸਾਰ ਦਾ ਵਿਕਾਸ ਹੋ ਰਿਹਾ ਹੈ। ਨਾਨਕ ਵਿਕਸੈ ਬੇਪਰਵਾਹ, ਹੀ ਨਾਨਕ ਉਹ ਪ੍ਰਭੂ ਬੇਪਰਵਾਹ ਹੋ ਕੇ ਵਿਕਸ ਰਿਹਾ, ਖੁਸ਼ ਹੈ, ਆਨੰਦਿਤ ਹੈ। ਅਸੀਂ ਕਹਿ ਦਿੰਦੇ ਹਾਂ ਸਾਡਾ ਬਾਬਾ ਜੀ ਬੜਾ ਬੇਪਰਵਾਹ ਹੈ, ਕਿਸੇ ਨੂੰ ਵੀ ਗਾਲਾਂ ਕੱਢ ਦਿੰਦਾ, ਪ੍ਰਵਾਹ ਨਹੀਂ ਮੰਨਦਾ। ਉਹ ਬੇਪਰਵਾਹ ਨਹੀਂ ਹੈ, ਉਹ ਗੈਰ ਜ਼ਿੰਮੇਵਾਰ ਹੈ। ਆਪਣੇ ਪਰਿਵਾਰ ਨੂੰ ਛੱਡ ਕੇ ਜੰਗਲ ਪਹਾੜ ਵਿੱਚ ਆ ਗਿਆ, ਡੇਰੇ ਆਸ਼ਰਮ 'ਚ ਆ ਗਿਆ, ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਗਿਆ। ਉਹ ਗੈਰ ਜ਼ਿੰਮੇਵਾਰ ਹੈ, ਬੇਪਰਵਾਹ ਨਹੀਂ। ਬੇਪਰਵਾਹ ਉਹ ਹੁੰਦਾ ਹੈ ਜਿਹੜਾ ਆਖਦਾ ਸੱਚ ਬੋਲਾਂਗਾ, ਕਿਸੇ ਦੀ ਪਰਵਾਹ ਨਹੀਂ। ਜਿਹਨੂੰ ਕਿਸੇ ਦੀ ਮੁਤਾਜੀ ਨਹੀਂ ਹੈ ਉਹ ਹੈ ਬੇਪਰਵਾਹ। ਉਹ ਕਹੇਗਾ ਮੈਂ ਹੱਕ ਦੀ ਗੱਲ ਕਰਾਂਗਾ, ਕਿਸੇ ਦੀ ਪਰਵਾਹ ਨਹੀਂ ਮੰਨਾਂਗਾ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ ਜਾਕੋ ਪਾਕ ਸੁਆਮੀ। ਉਹ ਰੱਬੀ ਗੁਣਾਂ ਨੂੰ ਧਾਰਨ ਕਰਕੇ ਬੇਪਰਵਾਹ ਹੋ ਜਾਂਦਾ ਹੈ, ਸੱਚ ਦੇ ਮਾਰਗ ਤੇ ਚਲਦਿਆਂ ਕਿਸੇ ਦੀ ਪਰਵਾਹ ਨਹੀਂ ਕਰਦਾ। ਉਹਦੇ ਤਨ ਦੇ ਟੁਕੜੇ ਹੋ ਜਾਂਦੇ ਨੇ, ਬੰਦ ਕਟਾ ਲੈਂਦਾ ਹੈ, ਆਰੇ ਨਾਲ ਚਿਰਵਾ ਲੈਂਦਾ ਹੈ, ਪਰ ਉਹ ਧਰਮ ਤੋਂ ਪਿੱਛੇ ਨਹੀਂ ਹਟਦਾ। ਉਹ ਬੇਪਰਵਾਹ ਹੋ ਕੇ ਆਨੰਦਿਤ ਹੈ। ਜਿਹੜਾ ਉਸ ਬੇਪਰਵਾਹ ਪ੍ਰਭੂ ਨਾਲ ਜੁੜ ਜਾਂਦਾ ਹੈ ਉਹ ਵੀ ਸੱਚ ਦੇ ਲਈ ਕਿਸੇ ਦਾ ਮੁਤਾਜ ਨਹੀਂ ਹੁੰਦਾ, ਸੱਚ ਤੇ ਚੱਲ ਕੇ ਉਹ ਬੇਪਰਵਾਹੀ ਦੀ ਜ਼ਿੰਦਗੀ ਬਤੀਤ ਕਰਦਾ ਹੈ। ਉਹ ਪ੍ਰਭੂ ਜਿਹੜਾ ਏਡੀ ਵੱਡੀ ਕਾਰ ਚਲਾ ਰਿਹਾ ਹੈ, ਕਾਰ ਨੂੰ ਦੇਖ ਕੇ ਖੁਸ਼ ਵੀ ਹੋ ਰਿਹਾ ਹੈ ਔਰ ਬੇਪਰਵਾਹ ਹੀ ਹੈ, ਭਾਵ ਉਹਨੂੰ ਕਿਸੇ ਦੀ ਮੁਤਾਜੀ ਨਹੀਂ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਖਿਮਾ ਕਰਨੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।